संसर को लागे। ढूंढ रहे हम ऊंचा खोज असंख्या अनकत पंथा। कत पाइए मन रुचा तोल न तुलिए मोल न मुलिए। तोल न तुलिए मोल न मुलिए। बिन गुर नहीं पहुँचा कहो नानक कृपा करी ठाकुर। मिल साधु रस ऊंचा मैं पेख्योरी। ऊंचा मोहन सबते ऊंचा आना संसर को लागे। ढूंढ रहे हम ऊंचा साडे गुरां दे समान नहीं कोई। गुरां दे समान नहीं कोई। देखिया मैं जग तोल के गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। समान नहीं कोई समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के साडे गुरां दे समान नहीं कोई। देखिया मैं जग तोल के जी देखिया मैं जग तोल के मेरे प्यारे। देखिया मैं जग तोल के प्यारे जी। देखिया मैं जग तोल के मेरे प्यारे। देखिया मैं जग तोल के प्यारे जी। देखिया मैं जग तोल के प्यारे। हाँ देखिया मैं जग तोल के साडे गुरां दे समान नहीं कोई। समान नहीं कोई समान नहीं कोई।
ਵੇਖਿਆ ਮੈਂ ਜਗ ਟੋਲ ਕੇ, ਸਾਡੇ ਗੁਣਾਂ ਦੇ ਸਮਾਨ ਨਹੀਂ ਕੋਈ, ਵੇਖਿਆ ਮੈਂ ਜਗ ਟੋਲ ਕੇ। ਸਾਡੇ ਗੁਣਾਂ ਦੇ ਸਮਾਨ ਨਹੀਂ ਕੋਈ, ਵੇਖਿਆ ਮੈਂ ਜਗ ਟੋਲ ਕੇ। ਸਾਡੇ ਗੁਣਾਂ ਦੇ ਸਮਾਨ ਨਹੀਂ ਕੋਈ, ਵੇਖਿਆ ਮੈਂ ਜਗ ਟੋਲ ਕੇ। ਸਾਡੇ ਗੁਣਾਂ ਦੇ ਸਮਾਨ ਨਹੀਂ ਕੋਈ, ਵੇਖਿਆ ਮੈਂ ਜਗ ਟੋਲ ਕੇ। ਸਾਡੇ ਗੁਣਾਂ ਦੇ ਸਮਾਨ ਨਹੀਂ ਕੋਈ, ਵੇਖਿਆ ਮੈਂ ਜਗ ਟੋਲ ਕੇ। ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਸਾਹਿਬ ਕੁਲੀਨ ਗਾਨਾ। ਮੈਂ ਮਾਂ ਵਰਨ ਤਾਕੋ ਠਾਕੁਰ ਰੂਚ ਭਗਵਾਨਾ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਅਪਾਰ ਰਹਿਮਤਾਂ ਵਰਤਾਈਆਂ ਨੇ। ਸਾਡੇ ਬੜੇ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਵਾਲੇ ਮਹਾਂਪੁਰਖ, ਔਰ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖ, ਮਹਾਂਪੁਰਖਾਂ ਦੀ ਅਸੀਸ ਸਦਕਾ ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਜੀਆਂ ਨੇ ਉਦਮ ਉਪਰਾਲਾ, ਆਪ ਸਮੂਹ ਸੰਗਤਾਂ ਦਾ ਸਹਿਯੋਗ, ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੇ ਬਖਸ਼ੇ ਹੋਏ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਸਾਲਾਨਾ ਗੁਰੂ ਮਾਨਿਓ ਗ੍ਰੰਥ ਸਮਾਗਮ ਮਨਾਏ ਜਾ ਰਹੇ ਨੇ। ਸੋ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਜਿੱਥੇ ਜਿੱਥੇ ਸੱਚੇ ਪਾਤਸ਼ਾਹ ਨੇ ਇਹ ਮਹਾਨ ਰਹਿਮਤ ਵਰਤਾਈ ਹੈ, ਦਰਸ਼ਨ ਦਿਦਾਰੇ ਦੇ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਮਹਾਰਾਜ। ਉੱਥੇ ਉੱਥੇ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ, ਉਹ ਵੀ ਸੰਗਤ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਨੇ। ਖਟੀਮੇ ਵਾਲੇ ਮਹਾਂਪੁਰਖ ਨੇ, ਕਾਸ਼ੀਪੁਰ ਵਾਲੇ ਮਹਾਂਪੁਰਖ ਨੇ, ਉੱਥੇ ਉੱਥੇ ਸਾਡੇ ਬੜੇ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਬਦੰਤੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਵੀ ਸਾਧ ਸੰਗਤ ਜੀ ਸਟੇਜ ਤੇ ਸੁਭਾਏ ਮਾਨ ਨੇ, ਹਾਜ਼ਰੀ ਲਵਾ ਰਹੇ ਨੇ। ਸੋ ਸਾਰਿਆਂ ਨੂੰ ਸਿੰਘ ਸਾਹਿਬ ਅਰਦਾਸੀਏ ਬਾਬਾ ਧਰਮ ਸਿੰਘ ਜੀ ਉਹ ਵੀ ਪਹੁੰਚੇ ਨੇ। ਸੋ ਉਹਨਾਂ ਨੂੰ ਵੀ ਮਹਾਂਪੁਰਖਾਂ ਵੱਲੋਂ ਜੀ ਆਇਆਂ ਜੀ ਆਇਆਂ, ਜਿੰਨੇ ਕਦਮ ਰੱਖੇ ਸਿਰ ਮੱਥੇ ਤੇ। ਸੋ ਆਓ ਸਾਰੇ ਪਿਆਰ ਸਹਿਤ ਹਾਜ਼ਰੀ ਲਵਾਈ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣਦਾ। ਜਿਨ੍ਹਾਂ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਣ। ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਨਾਮ ਬੜਾ ਹੀ ਕੀਮਤੀ ਹੈ। ਸਤਿਗੁਰਾਂ ਦੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ, ਨਾ ਕੋਈ ਕੀਮਤ ਜਾਣਦਾ ਹੈ।
ਪਰ ਇਸ ਨਾਮ ਦੇ ਰੰਗ ਨੂੰ, ਇਸ ਨਾਮ ਦੇ ਰਸ ਨੂੰ ਕੌਣ ਜਾਣਦਾ ਹੈ, ਕਿਹਨੇ ਮਾਣਿਆ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਭਾਗ ਮੱਥਾ, ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਅਤੀ ਚੰਗੇ ਨੇ, ਜਿਨ੍ਹਾਂ ਦੇ ਮੱਥੇ ਦੇ ਭਾਗ ਗੁਰੂ ਨਾਨਕ ਸਾਹਿਬ ਨੇ ਆਪ ਲਿਖੇ ਨੇ, ਉਹ ਇਸ ਰੰਗ ਨੂੰ ਮਾਣਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਰਸ ਨੂੰ ਮਾਣਦੇ ਨੇ। ਜਿਵੇਂ ਕਹਿੰਦੇ ਜੰਗਲ ਦੇ ਵਿੱਚ ਲੱਕੜਾਂ ਕੱਟਣ ਵਾਲੇ ਲੱਕੜਹਾਰੇ ਬੜੇ ਹੋਇਆ ਕਰਦੇ ਨੇ। ਉਹਨਾਂ ਲੱਕੜਾਂ ਨੂੰ ਖਰੀਦਣ ਵਾਲੇ, ਲੱਕੜਾਂ ਵੇਚਣ ਵਾਲੇ ਵਪਾਰੀ ਵੀ ਬੜੇ ਹੋਇਆ ਕਰਦੇ ਨੇ। ਪਰ ਕੁਝ ਲੱਕੜਾਂ ਮਹਿੰਗੀਆਂ ਹੁੰਦੀਆਂ ਨੇ, ਜਿਵੇਂ ਚੰਦਨ ਦੀ ਲੱਕੜ ਹੈ, ਕਸਤੂਰੀ ਦੀ ਲੱਕੜ ਹੈ। ਇਹਨਾਂ ਲੱਕੜਾਂ ਦਾ ਵਪਾਰੀ ਕੋਈ ਵਿਰਲਾ ਹੋਇਆ ਕਰਦਾ ਹੈ। ਲੱਕੜਾਂ ਦੇ ਵਪਾਰੀ ਵੀ ਬੜੇ ਹੋਣਗੇ। ਸਾਧ ਸੰਗਤ ਬਾਜ਼ਾਰ ਵਿੱਚ ਚਲੇ ਜਾਈਏ, ਲੋਹੇ ਦੀਆਂ ਦੁਕਾਨਾਂ ਬੜੀਆਂ ਨੇ, ਕਰਿਆਣੇ ਦੀਆਂ ਦੁਕਾਨਾਂ ਬੜੀਆਂ ਨੇ, ਪਿੱਤਲ ਦੀਆਂ ਦੁਕਾਨਾਂ ਬੜੀਆਂ ਨੇ, ਪਰ ਸੋਨੇ ਦੀਆਂ ਦੁਕਾਨਾਂ ਵਿਰਲੀਆਂ ਵਿਰਲੀਆਂ ਹੋਇਆ ਕਰਦੀਆਂ। ਸੋਨੇ ਦੇ ਵਪਾਰੀ ਵਿਰਲੇ ਵਿਰਲੇ ਹੋਇਆ ਕਰਦੇ। ਤੇ ਜੇ ਅੱਜ ਸਮੇਂ ਦੇ ਹਿਸਾਬ ਨਾਲ ਵੇਖੀਏ, ਸੋਨੇ ਦੇ ਵਪਾਰੀ ਵੀ ਬੜੇ ਨੇ, ਪਰ ਲਾਲਾਂ ਦਾ ਵਪਾਰ ਕੋਈ ਵਿਰਲਾ ਕਰਿਆ ਕਰਦਾ ਹੈ। ਲਾਲਾਂ ਦਾ ਵਪਾਰ, ਹੀਰਿਆਂ ਦਾ ਵਪਾਰ ਕੋਈ ਵਿਰਲਾ ਕਰਿਆ ਕਰਦਾ ਹੈ। ਹੀਰਿਆਂ ਦੇ ਵਪਾਰੀ ਵੀ ਬੜੇ ਹੋਣਗੇ, ਲਾਲਾਂ ਦੇ ਵਪਾਰੀ ਵੀ ਬੜੇ ਹੋਣਗੇ, ਪਰ ਨਾਮ ਦਾ ਵਪਾਰ ਕੋਈ ਵਿਰਲਾ ਹੀ ਕਰਿਆ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾਮ ਦਾ ਵਪਾਰ ਕਿਨ ਹੀ ਬਣ ਜਿਆ ਕਾਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤ ਹੋ ਬਨ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਤੇ ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਨਾਮ ਦਾ ਵਣਜ ਕਰਦੇ ਨੇ, ਸਾਧ ਸੰਗਤ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿਨਾ ਕੇ ਕਾਮਾ। ਸਾਧ ਸੰਗਤ ਉਹਨਾਂ ਦੀ ਸੋਭਾ ਸਦਾ ਸੰਸਾਰ ਤੇ ਹੁੰਦੀ ਆਈ ਹੈ, ਹੋ ਰਹੀ ਹੈ, ਤੇ ਸਦਾ ਹੀ ਸੰਸਾਰ ਤੇ ਹੁੰਦੀ ਰਹੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਦਾ ਹੀ ਸੰਸਾਰ ਤੇ ਹੁੰਦੀ ਰਹੇਗੀ। ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਹਾਂ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ,
शोभा जुग जुग होई, 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 शोभा जुग जुग होई उन्हां दी, शोभा जुग जुग होई, शोभा जुग जुग होई उन्हां दी, शोभा जुग जुग होई, शोभा जुग जुग होई, शोभा जुग जुग होई उन्हां दी, शोभा जुग जुग होई, शोभा जुग जुग होई उन्हां दी, शोभा जुग जुग होई, शोभा जुग जुग होई उन्हां दी, शोभा जुग जुग होई। जिन हर मन वसिया सेवा साचे दर साचे सत्यारा, उन्हां दी शोभा जुग जुग होई, कोई भेटणारा, उन्हां दी शोभा जुग जुग होई, कोई ना ਮੇਟਣ ਹਾਰਾ। ਐਸਾ ਹੀ ਨਾਮ ਦੇ ਨਾਲ ਜੁੜਿਆ, ਸੇਵਾ ਸਿਮਰਨ ਦੇ ਨਾਲ ਜੁੜਿਆ ਹੋਇਆ ਬੜਾ ਹੀ ਪਿਆਰਾ ਸੇਵਕ, ਜਿਸ ਦਾ ਨਾਮ ਬਲਾਕੀ ਦਾਸ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦਾ ਪੌਰਾ, ਢਾਕੇ ਦੇ ਇਲਾਕੇ ਵਿੱਚ ਰਹਿੰਦਾ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ। ਬਲਾਕੀ ਦਾਸ ਨੇ ਘਰ ਬਣਾਇਆ ਤੇ ਉਸ ਘਰ ਦੇ ਵਿੱਚ ਇੱਕ ਵੱਖਰਾ ਕਮਰਾ, ਜਿਸ ਕਮਰੇ ਦੇ ਵਿੱਚ ਸੋਹਣਾ ਪਲੰਗ ਲਾ ਕੇ, ਸੋਹਣੀ ਵਿਛਾਈ ਕਰਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸਣ ਲਾਇਆ। ਆਸਣ ਲਾਇਆ, ਆਸਣ ਲਾਇਆ ਤੇ ਬਲਾਕੀ ਦਾਸ ਨੇ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ ਜੋ ਗੁਰਸਿੱਖ ਦਾ ਫਰਜ਼ ਵੀ ਹੈ ਤੇ ਨੇਮ ਵੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਬਲਾਕੀ ਦਾਸ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ। ਜਿਸ ਕਮਰੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸਣ ਲਾਇਆ ਨਾ, ਉਸ ਕਮਰੇ ਦੇ ਵਿੱਚ ਬੈਠ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਨਾ ਤੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਜੀ ਇਹ ਸੋਹਣੇ ਮਕਾਨਾਂ ਦੀ ਦਾਤ ਬਖਸ਼ੀ ਹੈ, ਕਿਰਪਾ ਕਰੋ, ਮਿਹਰ ਕਰੋ, ਇਹਨਾਂ ਦੇ ਵਿੱਚ ਆਪਣੇ ਮੁਬਾਰਕ ਚਰਨ ਪਾ ਕਰਕੇ ਹੁਣ ਇਹਨੂੰ ਸੁਹਾਵਣਾ ਵੀ ਬਣਾ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਹਾਵਣਾ ਵੀ ਬਣਾ ਦਿਓ। ਸਾਧ ਸੰਗਤ ਉਹ ਕਰਮਾਂ ਵਾਲੇ ਘਰ ਹੋਇਆ ਕਰਦੇ ਨੇ, ਉਹ ਭਾਗਾਂ ਵਾਲੇ ਘਰ ਹੋਇਆ ਕਰਦੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਆਸਣ ਲਾਏ ਨੇ ਔਰ ਸਾਧ ਸੰਗਤ ਪਰਿਵਾਰ ਦੇ ਮੈਂਬਰ, ਪਰਿਵਾਰ ਦੇ ਜੀ ਸਤਿਗੁਰਾਂ ਦੀ ਯਾਦ ਵਿੱਚ ਬੈਠ ਕੇ ਸਤਿਗੁਰਾਂ ਨੂੰ ਯਾਦ ਕਰਦੇ ਨੇ ਔਰ ਮਾਲਕ ਦਾ ਸ਼ੁਕਰਾਨਾ ਕਰਦੇ ਨੇ। ਮਾਲਕ ਦਾ ਸ਼ੁਕਰਾਨਾ। ਤੇ ਜਿਨ੍ਹਾਂ ਘਰਾਂ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਨਹੀਂ ਹੈ, ਮਾਲਕ ਦੀ ਯਾਦ ਨਹੀਂ ਹੈ, ਸਾਧ ਸੰਗਤ ਸਤਿਗੁਰੂ ਕਹਿੰਦੇ ਜੈ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਠ ਸਾਰਖੇ ਭੂਤ ਵਸੈ ਖਿਨ ਮਾਹੀ। ਸਾਧ ਸੰਗਤ ਜਿੱਥੇ ਨਾਮ ਜਪਿਆ ਜਾਂਦਾ ਹੈ, ਜਿੱਥੇ ਨਿਤਨੇਮ ਹੁੰਦਾ ਹੈ, ਮਾਲਕ ਦੀ ਯਾਦ ਵਿੱਚ ਸੇਵਾ ਸਿਮਰਨ ਹੁੰਦਾ ਹੈ, ਸਾਧ ਸੰਗਤ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਰ ਸੋਹਨ ਚਵਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ,
ਸਈ ਨਗਰ ਉਜਾੜੀ ਜੀਓ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਏ RAM, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਸਾਧ ਸੰਗਤ ਜਿਹੜੇ ਘਰਾਂ ਦੇ ਵਿੱਚ ਮਾਲਕ ਦਾ ਸ਼ੁਕਰਾਨਾ, ਕਹਿੰਦੇ ਘਰ ਦੇ ਵਿੱਚ ਇੱਕ ਪਰਿਵਾਰ ਦਾ ਮੈਂਬਰ ਹੀ ਹੋਵੇ ਨਾ ਸੇਵਾ ਸਿਮਰਨ ਦੇ ਨਾਲ ਜੁੜਿਆ, ਉਹਦੇ ਸਦਕਾ ਸਾਰੇ ਪਰਿਵਾਰ ਦਾ ਵੀ ਭਲਾ ਹੋ ਜਾਂਦਾ, ਕੁਲਾਂ ਤਰ ਜਾਂਦੀਆਂ ਨੇ। ਕਹਿੰਦੇ ਜੇ ਨਗਰ ਦੇ ਵਿੱਚ ਇੱਕ ਹੀ ਹੋਵੇ ਨਾ ਕੋਈ ਜਪ ਤਪ ਕਰਨ ਵਾਲਾ, ਜਿਹਦਾ ਮੁਖੜਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਰਾਮ ਰਾਮ ਦਾ ਸਿਮਰਨ ਕਰਦਾ ਹੈ, ਕਹਿੰਦੇ ਉਹਦੇ ਇੱਕ ਸਦਕਾ ਸਾਰਾ ਨਗਰ ਪਵਿੱਤਰ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਨਗਰ ਦਾ ਭਲਾ ਹੋ ਜਾਂਦਾ ਹੈ। ਤੇ ਸਾਧ ਸੰਗਤ ਐਸੇ ਪਿਆਰਿਆਂ ਦੀ ਬਾਬਤੀ, ਪਿਆਰੇ ਜੀ ਧਰਤੀ ਸੁਹਾਵੀ ਲੱਗਦੀ, ਪਿਆਰੇ ਜੀ ਧਰਤੀ ਸੁਹਾਵੀ ਲੱਗਦੀ, ਪਿਆਰੇ ਜੀ ਧਰਤੀ ਸੁਹਾਵੀ ਲੱਗਦੀ, ਮੇਰੇ ਪਿਆਰੇ ਧਰਤੀ ਸੁਹਾਵੀ ਲੱਗਦੀ। ਉਹ ਪਿਆਰੇ ਜੀ ਧਰਤੀ ਸੁਹਾਵੀ ਲੱਗਦੀ, ਮੇਰੇ ਪਿਆਰੇ ਹਾਂ ਧਰਤੀ ਸੁਹਾਵੀ ਲੱਗਦੀ। ਉਹ ਧਰਤੀ ਸੁਹਾਵੀ ਹੈ, ਉਹ ਧਰਤੀ ਧਨਤਾ ਦੇ ਯੋਗ ਹੈ। ਕਿਹੜੀ ਧਰਤੀ ਭਾਈ, ਜਿੱਥੇ ਵਸਦੇ ਤੇਰੇ ਪਿਆਰੇ, ਵਸਦੇ ਤੇਰੇ ਪਿਆਰੇ, ਵਸਦੇ ਤੇਰੇ ਪਿਆਰੇ, ਜਿੱਥੇ 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 ਵਸਦੇ ਤੇਰੇ ਪਿਆਰੇ, ਵਸਦੇ ਤੇਰੇ ਪਿਆਰੇ, ਵਸਦੇ ਤੇਰੇ ਪਿਆਰੇ। ਪਿਆਰੇ ਜੀ ਧਰਤੀ ਸੁਹਾਵੀ ਲੱਗਦੀ, ਮੇਰੇ ਪਿਆਰੇ ਧਰਤੀ ਸੁਹਾਵੀ ਲੱਗਦੀ, ਜੀ ਧਰਤੀ ਸੁਹਾਵੀ ਲੱਗਦੀ, ਮੇਰੇ ਪਿਆਰੇ ਧਰਤੀ ਸੁਹਾਵੀ ਲੱਗਦੀ। ਪਿਆਰੇ ਜੀ ਧਰਤੀ ਸੁਹਾਵੀ ਲੱਗਦੀ, ਮੇਰੇ ਪਿਆਰੇ ਹਾਂ ਧਰਤੀ ਸੁਹਾਵੀ ਲੱਗਦੀ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਹਿੰਦੇ ਭਾਵੇਂ ਕੱਖਾਂ ਦੀ ਕੁੱਲੀ ਹੋਵੇ, ਕੱਖਾਂ ਦੀ ਕੁੱਲੀ ਦੇ ਵਿੱਚ ਰਹਿਣ ਵਾਲਾ ਮਾਲਕ ਨੂੰ ਯਾਦ ਕਰਦਾ ਹੈ, ਸੇਵਾ ਨਾਲ ਜੁੜਿਆ, ਸਿਮਰਨ ਨਾਲ ਜੁੜਿਆ, ਪਰਮੇਸ਼ਰ ਨਾਲ ਜੁੜਿਆ, ਕਹਿੰਦੇ ਉਹ ਛੱਪਰੀ ਸੁਹਾਵੀ ਹੈ। ਕੱਖਾਂ ਦੀ ਕੁੱਲੀ ਵਿੱਚ ਹੀ ਰਹਿੰਦਾ ਸੀ ਭਾਈ ਹੇਮਾ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕਰਦਾ। ਮਹਾਰਾਜ ਰਾਜਿਆਂ ਮਹਾਰਾਜਿਆਂ ਦੇ ਤੇ ਰੋਜ਼ ਜਾਂਦੇ ਹੋ, ਰੋਜ਼ ਜਾਂਦੇ, ਕਿਰਪਾ ਕਰੋ ਮਿਹਰ ਕਰੋ, ਕਿਤੇ ਆ ਗਰੀਬ ਦੀ ਕੱਖਾਂ ਦੀ ਕੁੱਲੀ ਨੂੰ ਵੀ ਭਾਗ ਲਾ ਦਿਓ। ਪੜ ਲਈਏ ਇੱਕ ਵਾਰੀ। ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ, ਕੁੱਲੀ ਨੂੰ ਭਾਗ ਲਾ ਦੇ, ਰਾਜਿਆਂ ਦੇ ਜਾਣ ਵਾਲਿਆ, ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ, ਰਾਜਿਆਂ ਦੇ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ, ਰਾਜਿਆਂ ਦੇ ਜਾਣ ਵਾਲਿਆ। ਓ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ, ਰਾਜਿਆਂ ਦੇ ਜਾਣ ਵਾਲਿਆ। ਓ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ, ਰਾਜਿਆਂ ਦੇ ਜਾਣ ਵਾਲਿਆ। ਓ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ
ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਕੁੱਲੀ ਨੂੰ ਪਾਗਲਾ ਦੇ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਓ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਓ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਓ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਭਾਈ ਹਿੰਮਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਮਹਾਰਾਜ ਕਿਰਪਾ ਕਰੋ ਰਾਜਿਆਂ ਮਹਾਰਾਜਿਆਂ ਦੇ ਤੇ ਰੋਜ਼ ਹੀ ਜਾਂਦੇ ਪਰ ਕਿਰਪਾ ਕਰੋ ਕਿਤੇ ਗਰੀਬ ਦੀ ਪੁਕਾਰ ਸੁਣ ਲੋ ਆ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦਿਓ ਪ੍ਰੇਮ ਦੇ ਵੱਧੇ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਹਿੰਮੇ ਦੀ ਕੱਖਾਂ ਦੀ ਕੁੱਲੀ ਵਿੱਚ ਗਏ ਪਿਆਰੇ ਦੀ ਭਾਵਨਾ ਪੂਰੀ ਕੀਤੀ ਸ਼ਰਧਾ ਪੂਰੀ ਕੀਤੀ ਜਦੋਂ ਤੱਕਿਆ ਨਾ ਭਾਈ ਹਿੰਮੇ ਨੇ ਪੰਚਮ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਮੇਰੀ ਕੁੱਲੀ ਦੇ ਵਿੱਚ ਆਏ ਨੇ ਕਹਿੰਦੇ ਭਾਈ ਹਿੰਮਾ ਨਾਲੇ ਤੇ ਰੋਂਦਾ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਸੁਣਿਆ ਹੀ ਕਰਦਾ ਸੀ ਗੁਰੂ ਨਾਨਕ ਗਰੀਬ ਨਵਾਜ ਹੈ ਗਰੀਬਾਂ ਨੂੰ ਨਵਾਜਣ ਆਇਆ ਸੱਚੇ ਪਾਤਸ਼ਾਹ ਅੱਜ ਮੈਂ ਅੱਖੀਂ ਵੇਖ ਲਿਆ ਸੁਣਿਆ ਹੀ ਕਰਦਾ ਸੀ ਪਰ ਅੱਜ ਅੱਖੀਂ ਵੇਖ ਲਿਆ ਗਰੀਬ ਨਵਾਜ ਰੋਜ਼ ਰਾਜੇ ਮਹਾਰਾਜੇ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੇ ਨੇ ਸਾਡੇ ਘਰ ਚਰਨ ਪਾਓ ਸਾਡੇ ਘਰ ਚਰਨ ਪਾਓ ਰਾਜਿਆਂ ਮਹਾਰਾਜਿਆਂ ਦੀਆਂ ਅੱਜ ਬੇਨਤੀਆਂ ਠੁਕਰਾ ਦਿੱਤੀਆਂ ਕੀ ਵੇਖ ਲਿਆ ਮੇਰੇ ਗਰੀਬ ਦੀ ਕੱਖਾਂ ਦੀ ਕੁੱਲੀ ਵਿੱਚ ਰਾਜੇ ਮਹਾਰਾਜਿਆਂ ਦੇ ਮਹਿਲ ਛੱਡ ਦੇ ਇਹ ਗਰੀਬ ਦੀ ਕੱਖਾਂ ਦੀ ਕੁੱਲੀ ਵਿੱਚ ਆ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਹਿੰਮਿਆ ਸਾਨੂੰ ਵੱਡੇ ਵੱਡੇ ਮਹਿਲ ਨਹੀਂ ਸੋਹਣੇ ਲੱਗਦੇ ਬਹੁਤੇ ਹੀ ਬਣਾਏ ਹੋਏ ਪਦਾਰਥ ਨਹੀਂ ਸਾਨੂੰ ਚੰਗੇ ਲੱਗਦੇ ਬਹੁਤੀਆਂ ਸੋਹਣੀਆਂ ਕੀਤੀਆਂ ਹੋਈਆਂ ਵਿਛਾਈਆਂ ਨਹੀਂ ਸਾਨੂੰ ਚੰਗੀਆਂ ਲੱਗਦੀਆਂ ਸਾਨੂੰ ਤੇ ਪਿਆਰੇ ਦਾ ਪਿਆਰ ਚੰਗਾ ਲੱਗਦਾ ਹੈ ਗੋਵਿੰਦ ਭਾਓ ਭਗਤ ਦਾ ਭੁੱਖਾ ਅਸੀਂ ਤੇ ਤੇਰੇ ਪ੍ਰੇਮ ਦੇ ਵੱਡੇ ਹੋਏ ਆਏ ਆ ਅਸੀਂ ਤੇਰੀ ਕੱਖਾਂ ਦੀ ਕੁੱਲੀ ਨਹੀਂ ਵੇਖੀ ਅਸੀਂ ਤੇ ਤੇਰਾ ਪਿਆਰ ਵੇਖਿਆ ਅਸੀਂ ਤੇ ਤੇਰਾ ਪ੍ਰੇਮ ਵੇਖਿਆ ਤੇਰੇ ਭਾਦੀ ਕੱਖਾਂ ਦੀ ਕੁੱਲੀ ਹੈ ਤੇ ਤੂੰ ਕੱਖਾਂ ਦੀ ਕੁੱਲੀ ਵਿੱਚ ਰਹਿਣਾ ਦੁਨੀਆ ਤੈਨੂੰ ਗਰੀਬ ਕਹਿੰਦੀ ਹੋਏਗੀ ਦੁਨੀਆ ਦੀ ਨਜ਼ਰ ਵਿੱਚ ਤੂੰ ਗਰੀਬ ਹੋਏਗਾ ਪਰ ਕਿਤੇ ਮੇਰੀ ਨਜ਼ਰ ਦੇ ਨਾਲ ਵੇਖ ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਧਿਆਨ ਪਰਮਿੰਨਾ ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਬਿੰਨਾ ਦੁਨੀਆ ਦੀ ਨਜ਼ਰ ਵਿੱਚ ਤੂੰ ਗਰੀਬ ਹੈ ਦੁਨੀਆ ਦੀ ਨਜ਼ਰ ਵਿੱਚ ਤੂੰ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੈ ਪਰ ਜੇ ਮੇਰੀ ਨਜ਼ਰ ਦੇ ਨਾਲ ਵੇਖੇ ਹਿੰਮਿਆ ਤੂੰ ਸਾਰੀ ਦੁਨੀਆ ਦਾ ਰਾਜਾ ਹੈ ਤੇ ਤੇਰੀ ਕੱਖਾਂ ਦੀ ਕੁੱਲੀ ਕਈ ਮਹਿਲਾਂ ਦੇ ਨਾਲੋਂ ਸੋਹਣੀ ਹੈ ਕਿਉਂ ਇਹ ਤੇਰੀ ਕੱਖਾਂ ਦੀ ਕੁੱਲੀ ਜਿੱਥੇ ਸੁਹਾਵਣੀ ਹੈ
ਉੱਥੇ ਧਨਤਾ ਦੇ ਵੀ ਜੋਗ ਹੈ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਹਿਮਿਆ ਧਨ ਧਨ ਹੈ ਫਕੀਰਾ ਤੇਰੀ ਛਪਰੀ, ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠਾ ਨਾਮ ਜਪੇ। ਵਾਹਿਗੁਰੂ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਜਿੱਥੇ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਕਿਤ ਹੀ ਕਾਮਨਾ ਧੌਲ ਹਰ। ਉਹ ਕਹਿੰਦੇ ਮਹਿਲ ਮਾੜੀਆਂ ਕਿਸ ਕੰਮ ਦੇ ਜਿੱਥੇ ਰਹਿਣ ਵਾਲਿਆਂ ਨੇ ਪਰਮੇਸ਼ਰ ਨੂੰ ਭੁਲਾ ਛੱਡਿਆ। ਮਾਲਕ ਦਾ ਸ਼ੁਕਰਾਨਾ ਨਹੀਂ ਹੈ, ਮਾਲਕ ਦੀ ਯਾਦ ਨਹੀਂ ਹੈ। ਸਾਧ ਸੰਗਤ ਪਰ ਬਲਾਕੀ ਦਾਸ। ਉਹ ਰੋਜ਼ ਜਿਸ ਕਮਰੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸਣ ਲਾਇਆ, ਰੋਜ਼ ਬਹਿਣਾ, ਰੋਜ਼ ਯਾਦ ਕਰਨਾ, ਸੱਚੇ ਪਾਤਸ਼ਾਹ ਕਰ ਦਿਓ ਮੇਰ, ਕਰ ਦਿਓ ਕਿਰਪਾ। ਕਈ ਵਾਰ ਤੇ ਐਸਾ ਵਿਰਾਗ ਵਿੱਚ ਆਉਣਾ, ਮਾਲਕ ਦੀ ਯਾਦ ਵਿੱਚ ਕਈ ਕਈ ਘੰਟੇ ਰੋਂਦੇ ਰਹਿਣਾ, ਰੋਂਦੇ ਰਹਿਣਾ। ਤੇ ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਕਹਿਣਾ, ਬਲਾਕੀ ਦਾਸ, ਜਿੰਨਾ ਚਿਰ ਤੂੰ ਖੁਦ ਜਾ ਕੇ ਸੁਨੇਹਾ ਨਹੀਂ ਭੇਜਦਾ, ਜਿੰਨਾ ਚਿਰ ਖੁਦ ਜਾ ਕੇ ਤੂੰ ਬੇਨਤੀ ਨਹੀਂ ਕਰਦਾ ਜਾਂ ਕੋਈ ਪੱਤਰ ਕਾ ਚਿੱਠੀ ਨਹੀਂ ਸਤਿਗੁਰਾਂ ਨੂੰ ਭੇਜਦਾ, ਉਹਨਾਂ ਚਿਰ ਗੁਰੂ ਸਾਹਿਬ ਕਿਵੇਂ ਆ ਜਾਣਗੇ, ਕਿਵੇਂ ਆ ਜਾਣਗੇ। ਤੇ ਬਲਾਕੀ ਦਾਸ ਨੇ ਕਹਿਣਾ, ਮੇਰੇ ਗੁਰੂ ਨਾਨਕ ਪ੍ਰੇਮ ਦੇ ਭੁੱਖੇ ਨੇ। ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਹੈ ਨਾ, ਆਪਾਂ ਪੜ੍ਹਦੇ ਆ ਨਾ, ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ ਜੈ ਤੇ ਭਏ ਸਹਾਏ। ਕਹਿੰਦੇ ਬੇਦੀਆਂ ਦੀ ਕੁਲ ਵਿੱਚ ਗੁਰੂ ਨਾਨਕ ਸਾਹਿਬ ਪੈਦਾ ਹੋਏ ਤੇ ਸੱਚੇ ਪਾਤਸ਼ਾਹ ਨੇ ਉੱਥੇ ਹੀ ਜਾ ਕੇ ਸਹਾਇਤਾ ਕੀਤੀ ਜਿੱਥੇ ਕਿਸੇ ਨੇ ਯਾਦ ਕੀਤਾ, ਜਿੱਥੇ ਕਿਸੇ ਨੇ ਪੁਕਾਰਿਆ। ਸਾਧ ਸੰਗਤ ਤੇ ਉਹੀ ਜੋਤ, ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਕਹਿੰਦੇ ਜੋਤ ਉਹੀ ਹੁਣ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕੋਈ ਭਾਵਨਾ ਨਾਲ ਯਾਦ ਕਰੇ, ਸ਼ਰਧਾ ਨਾਲ ਯਾਦ ਕਰੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ,
ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਕੋਈ ਇੱਕ ਵਾਰੀ ਯਾਦ ਕਰੇ ਤੇ ਗੁਰੂ ਸਾਹਿਬ ਫਿਰ ਕਰੋੜਾਂ ਕਦਮ ਆਪ ਅੱਗੋਂ ਲੈਣ ਵਾਸਤੇ ਆਉਂਦੇ ਨੇ। ਸਾਧ ਸੰਗਤ ਕਿਸੇ ਆਖਿਆ ਚਕੋਰ ਨੂੰ, ਸੁਣ ਯਾਰਾ ਤੂੰ ਚੰਨ ਦੇ ਨਾਲ ਕਾਹਦਾ ਪਿਆਰ ਪਾਇਆ। ਚੰਨ ਚੰਨ ਦਿਨ ਰਾਤ ਪੁਕਾਰਦਾ, ਮਿਲਣ ਕਦੇ ਨਾ ਤੈਨੂੰ ਇੱਕ ਵਾਰ ਆਇਆ। ਪੁੱਠਾ ਹੋ ਕੇ ਜ਼ਮੀਨ ਤੇ ਡਿੱਗ ਪੈਣਾ, ਲੈਣ ਕਦੇ ਨਾ ਤੇਰੀ ਉਹ ਸਾਰ ਆਇਆ। ਐ ਚਕੋਰ ਤੇਰਾ ਕਾਹਦਾ ਪਿਆਰ ਹੈ ਚੰਨ ਦੇ ਨਾਲ, ਕਾਹਦੀ ਪ੍ਰੀਤ ਹੈ ਤੇਰੀ ਚੰਨ ਦੇ ਨਾਲ। ਚੰਨ ਤੈਨੂੰ ਮਿਲਣ ਵਾਸਤੇ ਕਦੇ ਧਰਤੀ ਤੇ ਆਇਆ ਨਹੀਂ। ਉਹਦੇ ਵੱਲੀ ਵੇਖਦਾ ਵੇਖਦਾ ਕਈ ਵਾਰ ਪੁੱਠਾ ਹੋ ਕੇ ਜ਼ਮੀਨ ਤੇ ਡਿੱਗ ਪੈਣਾ, ਤੇਰੀ ਡਿੱਗੇ ਹੋਏ ਦੀ ਕਦੇ ਆ ਕੇ ਉਹਨੇ ਸਾਰ ਨਹੀਂ ਲਈ, ਤੇਰਾ ਪਤਾ ਨਹੀਂ ਲਿਆ, ਤੈਨੂੰ ਪੁੱਛਿਆ ਨਹੀਂ। ਫਿਰ ਕਿਉਂ ਇੰਨਾ ਪ੍ਰੇਮ, ਕਾਹਦੀ ਪ੍ਰੀਤ? ਫਿਰ ਚਕੋਰ ਨੇ ਜਵਾਬ ਦਿੱਤਾ। ਅੱਗੋਂ ਆਖਿਆ ਚਕੋਰ ਤੂੰ ਸੁਣ ਯਾਰਾ, ਨਾ ਪ੍ਰੇਮ ਦੀ ਸਾਰ ਜਾਣੇ, ਅਸੀਂ ਆਪਣੀ ਪ੍ਰੀਤ ਨਿਭਾ ਦੇਣੀ, ਚੰਨ ਯਾਰ ਜਾਣੇ ਭਾਵੇਂ ਨਾ ਜਾਣੇ। ਉਹ ਕਹਿੰਦੇ ਇਹ ਤੇ ਚੰਨ ਦੀ ਮਰਜ਼ੀ ਹੈ, ਉਹ ਇਸ ਪ੍ਰੇਮ ਦੀ ਕਦਰ ਪਾਵੇ ਚਾਹੇ ਨਾ ਪਾਵੇ। ਇਹ ਚੰਨ ਦੀ ਮਰਜ਼ੀ ਹੈ, ਉਹ ਪ੍ਰੀਤ ਦੀ ਕਦਰ ਪਾਵੇ ਚਾਹੇ ਨਾ ਪਾਵੇ, ਪਰ ਮੈਂ ਆਪਣਾ ਪਿਆਰ ਆਖਰੀ ਸਾਹ ਤੱਕ ਨਿਭਾ ਜਾਣਾ। ਮੈਂ ਆਪਣੀ ਪ੍ਰੀਤ ਆਖਰੀ ਸਾਹ ਤੱਕ ਨਿਭਾ ਜਾਣੀ ਹੈ। ਗੁਰੂ ਪਿਆਰਿਓ, ਇਹ ਜਿਹੜਾ ਪ੍ਰੇਮ ਹੈ ਨਾ, ਪ੍ਰੀਤ ਹੈ, ਇਹ ਇੱਕ ਤਰਫੀ ਪ੍ਰੀਤ ਹੈ, ਇੱਕ ਤਰਫੀ ਪ੍ਰੀਤ। ਕਹਿੰਦੇ ਚਕੋਰ ਨੇ ਚੰਨ ਨਾਲ ਪਿਆਰ ਪਾ ਲਿਆ, ਪਰ ਚੰਨ ਨੇ ਚਕੋਰ ਦੇ ਪ੍ਰੇਮ ਦੀ ਕਦਰ ਨਹੀਂ ਪਾਈ। ਭਵਰੇ ਨੇ ਫੁੱਲ ਨਾਲ ਪ੍ਰੇਮ ਪਾ ਲਿਆ, ਪ੍ਰੀਤ ਪਾ ਲਈ, ਪਰ ਫੁੱਲ ਨੇ ਭਵਰੇ ਦੇ ਪ੍ਰੇਮ ਦੀ ਕਦਰ ਨਹੀਂ ਪਾਈ। ਕਹਿੰਦੇ ਪਤੰਗੇ ਨੇ ਰੋਸ਼ਨੀ ਨਾਲ ਪਿਆਰ ਪਾ ਲਿਆ, ਪ੍ਰੀਤ ਪਾ ਲਈ, ਪਰ ਰੋਸ਼ਨੀ ਨੇ ਉਹਦੇ ਪਿਆਰ ਦੀ ਕਦਰ ਨਹੀਂ ਪਾਈ। ਕਹਿੰਦੇ ਇਹਨਾਂ ਨੇ ਤੇ ਨਹੀਂ ਕਦਰ ਪਾਈ। ਕਿਤੇ ਇਹੀ ਪ੍ਰੀਤ ਸਿੱਖਾ, ਇਹੀ ਪ੍ਰੇਮ ਸਿੱਖਾ ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਪਾ ਕੇ ਵੇਖ। ਇਹੀ ਪਿਆਰ, ਇਹੀ ਭਾਵਨਾ, ਇੰਨਾ ਹੀ ਪ੍ਰੇਮ ਤੂੰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪਾ ਕੇ ਵੇਖ। ਗੁਰੂ ਸਾਹਿਬ ਤੇ ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਕਿਉਂ? ਸਤਿਗੁਰੂ ਤੇ ਆਪ ਮਿਲਣ ਵਾਸਤੇ ਜਾਂਦੇ ਨੇ। ਸਤਿਗੁਰੂ ਜਾਣਦੇ ਨੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਹੀਰ ਪਛਾਨਤ। ਸੱਚੀ ਪ੍ਰੀਤ ਨੂੰ, ਸੱਚੀ ਭਾਵਨਾ ਨੂੰ ਸਤਿਗੁਰ ਜਾਣਦਾ, ਪ੍ਰੀਤਾਂ ਸੱਚੀਆਂ ਨੂੰ ਜਾਣਦਾ, ਪ੍ਰੀਤਾਂ ਸੱਚੀਆਂ ਨੂੰ ਸਤਿਗੁਰ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਸਤਿਗੁਰ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਉਹ ਸਤਿਗੁਰ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਸਤਿਗੁਰ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਪਿਆਰਾ ਜਾਣਦਾ, ਪ੍ਰੀਤਾਂ ਸੱਚੀਆਂ, ਪਿਆਰਾ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਪਿਆਰਾ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਪਿਆਰਾ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਪਿਆਰਾ ਜਾਣਦਾ, ਪ੍ਰੀਤਾਂ ਸੱਚੀਆਂ ਨੂੰ। ਹੁੰਦੇ ਕਦੇ ਨਾ ਦਦਾਰੇ ਰੂਹਾਂ ਕੱਚੀਆਂ, ਹੁੰਦੇ ਕਦੇ ਨਾ ਦਦਾਰੇ ਰੂਹਾਂ ਕੱਚੀਆਂ ਨੂੰ। 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 ਹੁੰਦੇ ਕਦੇ ਨਾ
ਦਿਦਾਰੇ ਰੂਹਾਂ ਕੱਚੀਆਂ ਨੂੰ ਹੁੰਦੇ ਕਦੇ ਨਾ ਦਿਦਾਰੇ ਰੂਹਾਂ ਕੱਚੀਆਂ ਨੂੰ ਹੁੰਦੇ ਕਦੇ ਨਾ ਦਿਦਾਰੇ ਰੂਹਾਂ ਕੱਚੀਆਂ ਨੂੰ ਹੁੰਦੇ ਕਦੇ ਨਾ ਦਿਦਾਰੇ ਰੂਹਾਂ ਕੱਚੀਆਂ ਨੂੰ ਹੁੰਦੇ ਕਦੇ ਨਾ ਦਿਦਾਰੇ ਰੂਹਾਂ ਕੱਚੀਆਂ ਨੂੰ ਹੁੰਦੇ ਕਦੇ ਨਾ ਦਿਦਾਰੇ ਰੂਹਾਂ ਕੱਚੀਆਂ ਨੂੰ ਹੁੰਦੇ ਕਦੇ ਨਾ ਦਿਦਾਰੇ ਰੂਹਾਂ ਕੱਚੀਆਂ ਨੂੰ ਦਾਤਾ ਜਾਣਦਾ ਪ੍ਰੀਤਾਂ ਸੱਚੀਆਂ ਪਿਆਰਾ ਜਾਣਦਾ ਪ੍ਰੀਤਾਂ ਸੱਚੀਆਂ ਨੂੰ ਪ੍ਰੀਤਾਂ ਸੱਚੀਆਂ ਨੂੰ ਹੋ ਦਾਤਾ ਜਾਣਦਾ ਪ੍ਰੀਤਾਂ ਸੱਚੀਆਂ ਨੂੰ ਜਾਣਦਾ ਪ੍ਰੀਤਾਂ ਸੱਚੀਆਂ ਨੂੰ ਦਾਤਾ ਜਾਣਦਾ ਪ੍ਰੀਤਾਂ ਸੱਚੀਆਂ ਨੂੰ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਕਹਿੰਦੇ ਜਿਨ੍ਹਾਂ ਨੇ ਦਿਲੋਂ ਪਿਆਰ ਪਾਇਆ ਜਿਨ੍ਹਾਂ ਨੇ ਅੰਦਰੋਂ ਪਿਆਰ ਪਾਇਆ ਉਹਨਾਂ ਦੇ ਪਿਆਰ ਨੂੰ ਸਤਿਗੁਰੂ ਜਾਣਦੇ ਨੇ ਤੇ ਦਿਲੋਂ ਮੁਹੱਬਤ ਕਰਨ ਵਾਲਿਆਂ ਨੂੰ ਸਾਧ ਸੰਗਤ ਆਪਾਂ ਪੜ੍ਹਦੇ ਆ ਨਾ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਏ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਇੱਕ ਦਿਨ ਫਿਰ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਬੀਰ ਸਾਹਿਬ ਕਹਿੰਦੇ ਕੋਈ ਸਮਾਂ ਸੀ ਜਦੋਂ ਮੈਂ ਰਾਮ 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 ਕਹਿੰਦਾ ਫਿਰਦਾ ਸੀ ਹੁਣ ਮੇਰਾ ਪਿਆਰ ਇੰਨਾ ਮੇਰਾ ਪ੍ਰੇਮ ਇੰਨਾ ਮੇਰੀ ਪ੍ਰੀਤ ਇੰਨੀ ਹੈ ਕਹਿੰਦੇ ਰਾਮ ਖੁਦ ਕਬੀਰ ਕਬੀਰ ਕਹਿੰਦਾ ਫਿਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਾਮ ਖੁਦ ਕਬੀਰ ਕਬੀਰ ਕਹਿੰਦਾ ਫਿਰਦਾ ਹੈ ਗੱਲ ਤੇ ਪਿਆਰ ਦੀ ਹੈ ਗੱਲ ਭਾਵਨਾ ਦੀ ਹੈ ਗੱਲ ਸ਼ਰਧਾ ਦੀ ਹੈ ਜਦੋਂ ਅਸੀਂ ਭਾਵਨਾ ਨਾਲ ਸ਼ਰਧਾ ਨਾਲ ਯਾਦ ਕਰਾਂਗੇ ਨਾ ਤੇ ਸਾਧ ਸੰਗਤ ਬੁੱਲਿਆ ਰੱਬ ਤੇ ਤੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿਹੜੇ ਨੈਣਾ ਨਾਲ ਵੇਖਣਾ ਉਹਨਾਂ ਨੈਣਾ ਵਿੱਚ ਨੂਰ ਨਹੀਂ ਸਾਧ ਸੰਗਤ ਇੱਕ ਵੇਰਾ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਮਹਾਂਪੁਰਖ ਕਹਿੰਦੇ ਨੇ ਭੁੱਚੋ ਸਾਹਿਬ ਨੂੰ ਜਾ ਰਹੇ ਨੇ ਬਾਬਾ ਜੀ ਦੀ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਜਾ ਰਹੀ ਹੈ ਔਰ ਮਗਰ ਬਿਹੰਗਮ ਸੇਵਾਦਾਰਾਂ ਦੀਆਂ ਗੱਡੀਆਂ ਨੇ ਕੁਝ ਸੰਗਤਾਂ ਦੀਆਂ ਵੀ ਗੱਡੀਆਂ ਨੇ ਤੇ ਜਦੋਂ ਜਾ ਰਹੇ ਨੇ ਕਹਿੰਦੇ ਕੋਈ ਬਾਬਾ ਜੀ ਦੇ ਪਿਆਰ ਵਾਲਾ ਸੇਵਕ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਜਦੋਂ ਰੋਡ ਤੋਂ ਗੱਡੀ ਬਾਬਾ ਜੀ ਦੀ ਲੰਘੀ ਉਹਨੇ ਆਪਣੇ ਖੇਤਾਂ ਵਿੱਚ ਖੜੇ ਨੇ ਵੇਖ ਲਿਆ ਵੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਮਹਾਂਪੁਰਖ ਬਾਬਾ ਜੀ ਲੰਘੇ ਨੇ ਜਦੋਂ ਉਹਨੇ ਵੇਖਿਆ ਨਾ ਵੀ ਬਾਬਾ ਜੀ ਮੇਰੇ ਕੋਲ ਦੀ ਲੰਘੇ ਤੇ ਮੈਨੂੰ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਮਨ ਦੇ ਵਿੱਚ ਵਿਰਾਗ ਪੈਦਾ ਹੋ ਗਿਆ ਤੇ ਆਪਣੇ ਖੇਤਾਂ ਵਿੱਚ ਖੜੇ ਨੇ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਕਹਿੰਦਾ ਬਾਬਾ ਜੀ ਜਾਂ ਤੇ ਮੈਨੂੰ ਪਤਾ ਹੀ ਨਾ ਲੱਗਦਾ ਵੀ ਤੁਸੀਂ ਇੱਥੋਂ ਦੀ ਲੰਘੇ ਮੈਨੂੰ ਪਤਾ ਹੀ ਨਾ ਲੱਗਦਾ ਹੁਣ ਮੈਂ ਤੁਹਾਨੂੰ ਲੰਘਦਿਆਂ ਨੂੰ ਵੇਖ ਲਿਆ ਉਹਨਾਂ ਚਿਰ ਮੇਰੇ ਮਨ ਨੂੰ ਧੀਰਜ ਨਹੀਂ ਮਿਲਣਾ ਉਹਨਾਂ ਚਿਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਣੀ ਜਿੰਨਾ ਚਿਰ ਹੁਣ ਮੈਂ ਤੁਹਾਡੇ ਕੋਲੋਂ ਦਰਸ਼ਨ ਨਹੀਂ ਕਰ ਲੈਂਦਾ ਜਿੰਨਾ ਚਿਰ ਮੈਨੂੰ ਖੜ ਕੇ ਤੁਸੀਂ ਦਰਸ਼ਨ ਨਹੀਂ ਬਖਸ਼ ਦਿੰਦੇ ਸਾਧ ਸੰਗਤ ਬਾਬਾ ਜੀ ਦੇ ਪਿਆਰ ਵਿੱਚ ਉਹ ਪ੍ਰੇਮੀ ਕਹਿੰਦਾ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਹੋਏ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ
ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਦਰਸ਼ਨ ਦੇ ਜਾ ਦਰਸ਼ਨ ਦੇ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਓਏ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਉਹ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਪਿਆਰੇ ਜੀ ਕੋਲੋਂ ਦੀ ਲੰਘ ਜਾਣ ਵਾਲਿਆ ਮੇਰੇ ਪਿਆਰੇ ਕੋਲੋਂ ਦੀ ਲੰਘ ਜਾਣ ਵਾਲਿਆ ਕੋਲੋਂ ਦੀ ਲੰਘ ਜਾਣ ਵਾਲਿਆ ਮੇਰੇ ਪਿਆਰੇ ਕੋਲੋਂ ਦੀ ਲੰਘ ਜਾਣ ਵਾਲਿਆ ਉਹ ਪਿਆਰੇ ਜੀ ਕੋਲੋਂ ਦੀ ਲੰਘ ਜਾਣ ਵਾਲਿਆ ਮੇਰੇ ਪਿਆਰੇ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਹੋ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਇੱਕ ਵਾਰੀ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਖੜ ਕੇ ਦਰਸ਼ਨ ਦੇ ਜਾ ਕੋਲੋਂ ਦੀ ਲੰਘ ਜਾਣ ਵਾਲਿਆ ਵਾਹਿਗੁਰੂ ਤੂੰ ਚੋ ਸੱਜਣ ਮੈਂਡਿਆ ਸੋ ਤਾਰ ਮਹੰਜੇ ਦਰਸ਼ਨ ਦੇ ਗੱਪਸੀ ਦੀਦਾਰ ਕਹਿਣ ਲੱਗਾ ਬਾਬਾ ਜੀ ਜਾਂ ਤੇ ਮੈਨੂੰ ਪਤਾ ਹੀ ਨਾ ਲੱਗਦਾ ਮੈਂ ਤੁਹਾਨੂੰ ਦੇਖਦਾ ਹੀ ਨਾ ਲੰਘਦਿਆਂ ਨੂੰ ਪਰ ਹੁਣ ਜਿੰਨਾ ਚਿਰ ਖੜ ਕੇ ਮੈਨੂੰ ਦਰਸ਼ਨ ਨਹੀਂ ਬਖਸ਼ਦੇ ਜਿੰਨਾ ਚਿਰ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਲੈਂਦਾ ਮੇਰੇ ਦਿਲ ਨੂੰ ਧੀਰਜ ਨਹੀਂ ਪੈਣੀ ਮਿਹਰ ਕਰੋ ਕਹਿੰਦੇ ਬੜੀ ਤੇਜ਼ ਰਫ਼ਤਾਰ ਗੱਡੀ ਜਾ ਰਹੀ ਹੈ ਤੇ ਇੱਕਦਮ ਹੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸਾਧ ਸੰਗਤ ਸੇਵਾਦਾਰ ਡਰਾਈਵਰ ਨੂੰ ਕਹਿਣ ਲੱਗੇ ਭਾਈ ਗੱਡੀ ਰੋਕ ਗੱਡੀ ਰੋਕ ਕਹਿੰਦੇ ਬਾਬਾ ਜੀ ਕੀ ਗੱਲ ਕਹਿੰਦੇ ਮਗਰ ਕੋਈ ਪ੍ਰੇਮੀ ਯਾਦ ਕਰਦਾ ਮਗਰ ਕੋਈ ਪ੍ਰੇਮੀ ਯਾਦ ਕਰਦਾ ਹੈ ਕਹਿੰਦੇ ਉਥੋਂ ਗੱਡੀ ਮੋੜ ਕੇ ਵਾਪਸ ਆਏ ਵਾਪਸ ਸਾਧ ਸੰਗਤ ਉਸ ਪ੍ਰੇਮੀ ਨੂੰ ਦਰਸ਼ਨ ਦਿਦਾਰੇ ਦੇ ਕੇ ਮਿਲ ਕੇ ਪਿਆਰ ਦੇ ਕੇ ਫਿਰ ਅੱਗੇ ਗਏ ਪੁੱਛੋ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਜਦੋਂ ਕੋਈ ਪਿਆਰ ਨਾਲ ਯਾਦ ਕਰਦਾ ਸ਼ਰਧਾ ਨਾਲ ਯਾਦ ਕਰਦਾ ਤੇ ਪ੍ਰੇਮ ਦੇ ਬੱਧੇ ਹੋਏ ਮਹਾਂਪੁਰਖ ਗੁਰੂ ਪੀਰ ਸਾਧ ਸੰਗਤ ਉਹਨੂੰ ਨਵਾਜਣ ਵਾਸਤੇ ਜ਼ਰੂਰ ਜਾਂਦੇ ਬਲਾਕੀ ਦਾਸ ਰੋਜ਼ ਯਾਦ ਕਰਦਾ ਹੈ ਗਰੀਬ ਨਵਾਜ ਦੇਖ ਨਾ ਲੇਖ ਮੱਥੇ ਦੇ ਮੇਰੇ ਕਰਮਾਂ ਤੇ ਨਾ ਜਾਵੀਂ ਰਹਿਮਤ ਦੀ ਫੜਕਾਨੀ ਬਾਬਾ ਲੀਕ ਇਹਨਾਂ ਤੇ ਮਹਾਰਾਜ ਕਰ ਦਿਓ ਕਿਰਪਾ ਕਰ ਦਿਓ ਮੇਰ ਦਰਸ਼ਨ ਦਿਦਾਰੇ ਬਖਸ਼ ਦਿਓ ਆ ਘਰ ਬਖਸ਼ਿਸ਼ ਕੀਤੇ ਨੇ ਦਾਤ ਬਖਸ਼ਿਸ਼ ਕੀਤੀ ਹੈ ਆਪਣੇ ਮੁਬਾਰਕ ਚਰਨ ਪਾ ਕੇ ਇਹਨਾਂ ਨੂੰ ਸੁਹਾਵਣੇ ਵੀ ਬਣਾ ਦੇ ਕਹਿੰਦੇ ਬਲਾਕੀ ਦਾਸ ਦੇ ਨਾਲ ਇਹਦੀ ਮਾਂ ਵੀ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠਦੀ ਹੈ ਉਹਨੂੰ ਵੀ ਸਾਧ ਸੰਗਤ ਨਾਮ ਦਾ ਰੰਗ ਲੱਗਾ ਗੁਰੂ ਸਾਹਿਬ ਜੀ ਤੇ ਬੜੀ ਭਾਵਨਾ ਗੁਰੂ ਸਾਹਿਬ ਜੀ ਤੇ ਬੜੀ ਸ਼ਰਧਾ ਕਹਿੰਦੇ ਮਾਂ ਪੁੱਤ ਦੋਵੇਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ
ਬਾਣੀ ਪੜ੍ਹਨੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ। ਸਾਧ ਸੰਗਤ ਆਪਾਂ ਜਦ ਅਰਦਾਸ ਕਰਦੇ ਆ ਨਾ, ਅਰਦਾਸ ਜਿਹੜਾ ਗੁਰਸਿੱਖ ਹੈ ਉਹ ਸਤਿਗੁਰਾਂ ਦੇ ਚਰਨਾਂ ਚੋਂ ਰੋਜ਼ 7 ਖੈਰਾਂ ਮੰਗਦਾ ਹੈ। ਜਿਹੜਾ ਗੁਰਸਿੱਖ ਹੈ ਉਹ ਸਤਿਗੁਰਾਂ ਦੇ ਚਰਨਾਂ ਚੋਂ ਰੋਜ਼ 7 ਖੈਰਾਂ ਮੰਗਦਾ ਹੈ। 7 ਖੈਰਾਂ ਕਿਹੜੀਆਂ? ਸੱਚੇ ਪਾਤਸ਼ਾਹ ਕਿਰਪਾ ਕਰੋ, ਮਿਹਰ ਕਰੋ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ। ਇਹ 7 ਖੈਰਾਂ। ਗਰੀਬ ਨਵਾਜ ਕਿਰਪਾ ਕਰੋ, ਸਿੱਖੀ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ ਝੋਲੀ ਵਿੱਚ ਪਾਓ, ਕੇਸ ਦਾਨ ਬਖਸ਼ੋ, ਰਹਿਤ ਦਾਨ ਬਖਸ਼ੋ, ਵਿਵੇਕ ਦਾਨ। ਵਿਵੇਕ ਦਾ ਮਤਲਬ ਹੁੰਦਾ ਹੈ ਵਿਵੇਕ ਬੁੱਧੀ, ਸਦ ਬੁੱਧੀ ਬਖਸ਼ਿਸ਼ ਕਰੋ, ਦੁਰਮਤ ਦਾ ਨਾਸ ਹੋ ਜਾਏ। ਗਰੀਬ ਨਵਾਜ ਅਸੀਂ ਗੁਰਮਤ ਦੇ ਧਾਰਨੀ ਹੋ ਜਾਈਏ। ਵਿਵੇਕ ਦਾਨ। ਹੁਣ ਵਿਸਾਹੋ ਦਾਨ ਤੇ ਭਰੋਸਾ ਦਾਨ, ਇਹ 5ਵੀਂ ਤੇ 6ਵੀਂ ਖੈਰ ਹੈ। ਵਿਸਾਹੋ ਦਾਨ ਤੇ ਭਰੋਸਾ ਦਾਨ, ਇਹ 5ਵੀਂ ਤੇ 6ਵੀਂ ਖੈਰ ਹੈ। ਵਿਸਾਹੋ ਦਾ ਅਰਥ ਹੈ ਵਿਸ਼ਵਾਸ, ਭਰੋਸੇ ਦਾ ਅਰਥ ਹੈ ਯਕੀਨ। ਹੁਣ ਸੁਣਨ ਨੂੰ ਸ਼ਬਦ ਦੋਵੇਂ ਇੱਕੋ ਜਿਹੇ ਲੱਗਦੇ ਨੇ, ਆਪਾਂ ਕਹਾਂਗੇ ਵਿਸ਼ਵਾਸ ਵੀ ਉਹੀ ਗੱਲ ਹੈ ਤੇ ਯਕੀਨ ਵੀ ਉਹੀ ਗੱਲ ਹੈ। ਪਰ ਜੇ ਸਾਧ ਸੰਗਤ ਭਾਵਨਾ ਸ਼ਰਧਾ ਹੋਰ ਸਤਿਗੁਰਾਂ ਤੇ ਬਣਾਈਏ, ਕਹਿੰਦੇ ਜਦੋਂ ਗੁਰਸਿੱਖ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਨਾ, ਗੁਰਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਉਦੋਂ ਸੱਚੇ ਪਾਤਸ਼ਾਹ ਤੇ ਸਿੱਖ ਦੀ ਭਾਵਨਾ ਕਿੰਨੀ ਹੋਣੀ ਚਾਹੀਦੀ ਹੈ, ਸਿੱਖ ਦੀ ਸ਼ਰਧਾ ਕਿੰਨੀ ਹੋਣੀ ਚਾਹੀਦੀ ਹੈ। ਭਾਵਨਾ ਇੰਨੀ ਹੋਵੇ, ਸ਼ਰਧਾ ਇੰਨੀ ਹੋਵੇ, ਵਿਸ਼ਵਾਸ ਇੰਨਾ ਹੋਵੇ ਕਿ ਸੱਚੇ ਪਾਤਸ਼ਾਹ ਤੂੰ ਹੈ, ਪ੍ਰਤੱਖ ਹੈ। ਇਹ ਨਾ ਸਮਝੀਏ ਵੀ ਇੱਕ ਅੱਖਰਾਂ ਦਾ ਗ੍ਰੰਥੀ ਪਿਆ, ਇੱਕ ਕਾਗਜ਼ਾਂ ਦਾ ਹੀ ਗ੍ਰੰਥ ਹੈ। ਬਾਬਾ ਜੀ ਨੇ ਕਹਿਣਾ ਮੇਰੀ ਜ਼ੁਬਾਨ ਸੜ ਜਾਏ, ਮੇਰੀ ਜ਼ੁਬਾਨ ਸੜ ਜਾਏ ਜੇ ਸਤਿਗੁਰਾਂ ਦੇ ਪ੍ਰਤੀ ਮੇਰੇ ਜ਼ੁਬਾਨ ਤੋਂ ਐਸੇ ਸ਼ਬਦ ਨਿਕਲਣ। ਇਹ ਤੇ ਕੱਲਾ ਕੱਲਾ ਅੱਖਰ ਗੁਰੂ ਨਾਨਕ ਹੈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਸੱਚੇ ਪਾਤਸ਼ਾਹ ਤੁਸੀਂ ਪ੍ਰਤੱਖ ਹੋ, ਵਿਸ਼ਵਾਸ ਇੰਨਾ ਹੋਵੇ। ਗਰੀਬ ਨਵਾਜ ਤੂੰ ਹੈ, ਕਹਿੰਦੇ ਹੁਣ ਭਰੋਸਾ ਯਕੀਨ ਕਿੰਨਾ ਹੋਵੇ, ਯਕੀਨ ਇੰਨਾ ਹੋਵੇ ਸੱਚੇ ਪਾਤਸ਼ਾਹ ਜਦੋਂ ਤੈਨੂੰ ਯਾਦ ਕਰਾਂਗੇ ਨਾ, ਜਦੋਂ ਤੈਨੂੰ ਪੁਕਾਰਾਂਗੇ, ਉਦੋਂ ਤੂੰ ਸਾਡੀਆਂ ਪੁਕਾਰਾਂ ਸੁਣ ਕੇ ਜ਼ਰੂਰ ਆਵੇਂਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਦੋਂ ਤੂੰ ਸਾਡੀਆਂ ਪੁਕਾਰਾਂ ਸੁਣ ਕੇ ਜ਼ਰੂਰ ਆਵੇਂਗਾ। ਤੇ ਜਿਹੜੇ ਫਿਰ ਸਾਧ ਸੰਗਤ ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਨੇ ਨਾ, ਉਹਨਾਂ ਦੀਆਂ ਪੁਕਾਰਾਂ, ਉਹਨਾਂ ਦੀਆਂ ਜੋਦੜੀਆਂ ਸੁਣ ਕੇ ਗੁਰੂ ਸਾਹਿਬ ਜ਼ਰੂਰ ਜਾਂਦੇ ਨੇ। ਅੱਜ ਵੀ ਸਤਿਗੁਰੂ ਆਉਂਦੇ ਨੇ, ਸਾਨੂੰ ਬੁਲਾਉਣਾ ਹੀ ਨਹੀਂ ਆਉਂਦਾ। ਸਤਿਗੁਰੂ ਸਕਦੇ ਵੀ ਨੇ ਪਰ ਸਾਨੂੰ ਛਕਾਉਣਾ ਹੀ ਨਹੀਂ ਆਉਂਦਾ। ਸਤਿਗੁਰੂ ਸਾਡੀ ਸੁਣਦੇ ਵੀ ਨੇ ਪਰ ਸਾਨੂੰ ਸੁਣਾਉਣਾ ਹੀ ਨਹੀਂ ਆਉਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਲਾਕੀ ਦਾਸ ਨਾਲ ਇਹਦੀ ਮਾਂ ਰੋਜ਼ ਬੈਠਦੇ ਨੇ ਯਾਦ ਵਿੱਚ ਤੇ ਬੇਨਤੀ ਕਰਦੇ ਨੇ, ਗਰੀਬ ਨਵਾਜ ਕਿੰਨਿਆਂ ਨੂੰ ਜਾ ਕੇ ਤਾਰਿਆ, ਕਿੰਨਿਆਂ ਨੂੰ ਜਾ ਕੇ ਦਰਸ਼ਨ ਬਖਸ਼ੇ ਨੇ। ਸੱਜਣ ਠੱਗ ਦਾ ਕੋਈ ਗੁਣ ਔਗਣ ਨਹੀਂ ਚਿਤਾਰਿਆ, ਭੂਮੀਏ ਚੋਰ ਦਾ ਕੋਈ ਗੁਣ ਔਗਣ ਨਹੀਂ ਚਿਤਾਰਿਆ। ਦਪਾਲਪੁਰ ਦੇ ਕੋੜੀਏ ਨੂੰ ਜਾ ਕੇ ਗਰੀਬ ਨਵਾਜ ਤਾਰ ਦਿੱਤਾ। ਸਾਡੀ ਗਰੀਬਾਂ ਦੀ ਵੀ ਵਾਰੀ ਕੱਢ ਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਸੱਚੇ ਪਾਤਸ਼ਾਹ ਕਦੋਂ ਮਿਹਰ ਕਰੋਗੇ। ਵੱਡੇ ਵੱਡੇ ਪਾਪੀ ਤਾਰ ਤੇ ਆਵੇਗੀ ਗਰੀਬਾਂ
ਵੱਡੇ ਵੱਡੇ ਪਾਪੀ ਤਾਰਤ ਕਦੋਂ ਆਏਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਏਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਉਹ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਉਹ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਉਹ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਆਵੇਗੀ ਗਰੀਬਾਂ ਵਾਲੀ ਵਾਰੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਹੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਤੇ ਗਰੀਬ ਨਵਾਜ਼ ਕਦੋਂ ਕਿਰਪਾ ਕਰੋਗੇ ਕਦੋਂ ਮੇਰ ਕਰੋਗੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਸਮਾਂ ਬੀਤਦਾ ਗਿਆ ਸਾਲ ਬੀਤਦੇ ਗਏ ਕਹਿੰਦੇ ਬਲਾਕੀ ਦਾਸ ਦੀ ਮਾਂ ਦਾ ਦਿਲ ਡੋਲ ਗਿਆ ਦਿਲ ਡੋਲਿਆ ਤੇ ਕਹਿਣ ਲੱਗੀ ਬਲਾਕੀ ਦਾਸ ਮਹਾਰਾਜ ਆਏ ਨਹੀਂ ਮੇਰੀ ਵੀ ਉਮਰਾਂ ਬੀਤਦੀ ਜਾਂਦੀ ਹੈ ਇਹ ਨਾ ਹੋਵੇ ਮਹਾਰਾਜ ਆਉਣੀ ਨਾ ਇਹ ਨਾ ਹੋਵੇ ਮਹਾਰਾਜ ਆਉਣੀ ਨਾ ਸਤਿਗੁਰਾਂ ਦੇ ਦਰਬਾਰ ਹੋਣੀ ਨਾ ਤੇ ਮੈਂ ਉਂਝੀ ਸੰਸਾਰ ਤੋਂ ਚਲੀ ਜਾਵਾਂ ਤੇ ਬਲਾਕੀ ਦਾਸ ਕਹਿਣ ਲੱਗਾ ਮਾਂ ਡੋਲ ਨਾ ਭਰੋਸਾ ਰੱਖ ਯਕੀਨ ਰੱਖ ਸਤਿਗੁਰੂ ਜ਼ਰੂਰ ਆਉਣਗੇ ਬਲਾਕੀ ਦਾਸ ਆਪਣੀ ਮਾਂ ਨੂੰ ਦਿਲਾਸਾ ਦਿੰਦਾ ਹੈ ਮਾਂ ਨੂੰ ਸਮਝਾਉਂਦਾ
ਕਾਇਆਂ ਦੀ ਕੁੱਲੀ ਵਿੱਚ ਪੀਏ ਪ੍ਰੇਮ ਦੀ ਜੋਤ ਜਗਾ ਲੈ। ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਕਾਇਆ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਦਿਲ ਤੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਦਿਲ ਤੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਦਿਲ ਤੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਮਾਂ ਜੇ ਵਿਸ਼ਵਾਸ ਰੱਖੇਂਗੀ ਭਾਵਨਾ ਰੱਖੇਂਗੀ ਨਾ, ਇੱਕ ਦਿਨ ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਇੱਕ ਦਿਨ ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਇੱਕ ਦਿਨ ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਇੱਕ ਦਿਨ ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਇੱਕ ਦਿਨ ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਦੀਨ ਦੁਨੀ ਦਾ ਮਾਲਕ ਆ ਕੇ ਆਪ ਬੁਲਾਵੇਗਾ। ਦੀਨ ਦੁਨੀ ਦਾ ਮਾਲਕ ਆ ਕੇ ਆਪ ਬੁਲਾਵੇਗਾ। ਦੀਨ ਦਾ ਮਾਲਕ ਆ ਕੇ ਆਪ ਬੁਲਾਵੇਗਾ। ਦੀਨ ਦੁਨੀ ਦਾ ਮਾਲਕ ਆ ਕੇ ਆਪ ਬੁਲਾਵੇਗਾ। ਉਹ ਦੀਨ ਦੁਨੀ ਦਾ ਮਾਲਕ ਆ ਕੇ ਆਪ ਬੁਲਾਵੇਗਾ। ਦੀਨ ਦੁਨੀ ਦਾ ਮਾਲਕ ਆ ਕੇ ਆਪ ਬੁਲਾਵੇਗਾ। ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ। ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ। ਇੱਕ ਦਿਨ ਆਊ ਜਿਸ ਦਿਨ ਸਤਿਗੁਰ ਰੌਣਕ ਲਾਵੇਗਾ। ਦੀਨ ਦੁਨੀ ਦਾ ਮਾਲਕ ਆ ਕੇ ਆਪ ਬੁਲਾਵੇ। ਬਾਬਾ ਜੀ ਨੇ ਕਹਿਣਾ, ਓਏ ਮਿੱਤਰਾਂ ਦੋਸਤਾਂ ਨੂੰ ਰੋਜ਼ ਉਡੀਕਦਾ, ਰਿਸ਼ਤੇਦਾਰਾਂ ਨੂੰ ਰੋਜ਼ ਉਡੀਕਦਾ, ਕਦੇ ਆਪਣੇ ਘਰ ਗੁਰੂ ਨਾਨਕ ਨੂੰ ਉਡੀਕਿਆ ਗਿਆ। ਕਿਤੇ ਕਿਹਾ ਬੜਾ ਸਮਾਂ ਹੋ ਗਿਆ ਮਹਾਰਾਜ ਆਏ ਨਹੀਂ। ਕਿਤੇ ਕਿਹਾ ਬੜਾ ਸਮਾਂ ਹੋ ਗਿਆ ਘਰ ਵਿੱਚ ਬਾਣੀ ਦੇ ਜਾਪ ਨਹੀਂ ਹੋਏ, ਸੰਗਤਾਂ ਦੇ ਚਰਨ ਨਹੀਂ ਪਏ। ਜਿਹੜੇ ਭਾਵਨਾ ਨਾਲ ਯਾਦ ਕਰਦੇ ਨੇ ਫਿਰ ਇੱਕ ਦਿਨ ਸਤਿਗੁਰੂ ਸੁਣ ਲੈਂਦੇ ਨੇ, ਤਾਰਨ ਵਾਸਤੇ ਆ ਜਾਂਦੇ ਨੇ। ਬਲਾਕੀ ਦਾਸ ਦੀ ਸੁਣੀ ਗਈ ਸਾਧ ਸੰਗਤ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੰਗਤਾਂ ਸਮੇਤ ਫਿਰ ਪਹੁੰਚ ਗਏ ਨੇ ਢਾਕੇ ਦੇ ਇਲਾਕੇ ਵਿੱਚ ਬਲਾਕੀ ਦਾਸ ਦੇ ਘਰ। ਸਾਧ ਸੰਗਤ ਜਾ ਕੇ ਆਵਾਜ਼ ਦਿੱਤੀ। ਸਾਧ ਸੰਗਤ ਜਦੋਂ ਇਹ ਰਸ ਭਰੀ ਆਵਾਜ਼ ਬਲਾਕੀ ਦਾਸ ਦੇ ਕੰਨਾਂ ਵਿੱਚ ਪਈ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਹ ਆਵਾਜ਼ ਵੱਖਰੀ ਆਵਾਜ਼ਾਂ ਤੇ ਅੱਗੇ ਦੁਨੀਆ ਹੀ ਮਾਰਦੀ ਹੈ, ਪਰ ਇਹ ਆਵਾਜ਼ ਵਿੱਚ ਅੱਜ ਰਸ ਵੱਖਰਾ ਹੈ। ਭੱਜ ਕੇ ਬਾਹਰ ਆਇਆ, ਕੀ ਵੇਖਦਾ ਹੈ? ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਲਾਕੀ ਦਾਸ ਦੇ ਵਿਹੜੇ ਵਿੱਚ ਖੜੇ ਨੇ। ਬਲਾਕੀ ਦਾਸ ਦੇ ਵਿਹੜੇ ਵਿੱਚ ਖੜੇ ਨੇ। ਸਤਿਗੁਰਾਂ ਨੂੰ ਤੱਕਿਆ, ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ। ਸਤਿਗੁਰਾਂ ਦੇ ਜਾ ਕੇ ਦੀਦਾਰ ਕੀਤੇ, ਮੱਥਾ ਟੇਕਿਆ ਤੇ ਸਾਧ ਸੰਗਤ ਰੋ ਰੋ ਸਤਿਗੁਰਾਂ ਦੇ ਚਰਨ ਧੋਈ ਜਾਂਦਾ ਹੈ। ਬਲਾਕੀ ਦਾਸ ਰੋਣਾ ਕਿਸ ਗੱਲ ਦਾ, ਵਿਰਾਗ ਕਿਸ ਗੱਲ ਦਾ? ਮਹਾਰਾਜ ਮੈਨੂੰ ਦੁਨੀਆ ਕਹਿੰਦੀ ਸੀ ਜਿੰਨਾ ਚਿਰ ਜਾ ਕੇ ਖੁਦ ਬੇਨਤੀ ਨਹੀਂ ਕਰਦਾ ਕਿਵੇਂ ਆ ਜਾਣਗੇ। ਸੁਨੇਹਾ ਨਹੀਂ ਭੇਜਦਾ, ਕੋਈ ਚਿੱਠੀ ਪੱਤਰਕਾ ਲਿਖ ਕੇ ਨਹੀਂ ਭੇਜਦਾ, ਕਿਵੇਂ ਆ ਜਾਣਗੇ? ਮੈਂ ਆਖਿਆ ਸੀ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਜਿਹੜੇ ਭਾਵਨਾ ਨਾਲ ਯਾਦ ਕਰਦੇ ਨੇ ਗੁਰੂ ਸਾਹਿਬ ਆਪ ਜਾਂਦੇ ਨੇ ਚੱਲ ਕੇ ਉਹਨਾਂ ਨੂੰ ਦੀਦਾਰ ਦੇਣ ਵਾਸਤੇ। ਮਹਾਰਾਜ ਤੁਸੀਂ ਆਪਣੇ ਸੇਵਕ ਦੀ ਲਾਜ ਰੱਖ ਲਈ।
ਨਿਮਾਣੇ ਸੇਵਕ ਦੀ ਲਾਜ ਰੱਖ ਲਈ। ਕਹਿੰਦੇ ਬਲਾਕੀ ਦਾਸ ਨੂੰ ਮਹਾਰਾਜ ਨੇ ਆਪ ਬਾਹੋਂ ਫੜਿਆ, ਉਸ ਕਮਰੇ ਵੱਲੀ ਨੂੰ ਤੁਰ ਪਏ ਜਿਸ ਕਮਰੇ ਦੇ ਵਿੱਚ ਬਲਾਕੀ ਦਾਸ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸਣ ਲਾਇਆ, ਤੇ ਸਤਿਗੁਰੂ ਆਪ ਜਾ ਕੇ ਉਹਨਾਂ ਆਸਣਾਂ ਤੇ ਬੈਠ ਗਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਹਿ ਗਿਆ ਸਤਿਗੁਰਾਂ ਦੇ ਚਰਨਾਂ 'ਚ। ਸਾਧ ਸੰਗਤ ਜਦੋਂ ਸਤਿਗੁਰੂ ਆਏ, ਨਾਲ ਸੰਗਤਾਂ ਆਈਆਂ, ਪਤਾ ਲੱਗਿਆ ਸੰਗਤਾਂ ਨੂੰ ਮਹਾਰਾਜ ਦੇ ਘਰ ਆਏ ਨੇ, ਸੰਗਤਾਂ ਦਾ ਇਕੱਠ ਹੋ ਗਿਆ। ਸਾਧ ਸੰਗਤ ਫਿਰ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਨਾਮ ਬਾਣੀ ਦੇ ਪ੍ਰਵਾਹ ਚੱਲੇ। ਸਾਧ ਸੰਗਤ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਬਲਾਕੀ ਦਾਸ ਕੋਈ ਮਨ ਦੀ ਇੱਛਾ, ਮਨ ਦੀ ਭਾਵਨਾ, ਕਹਿੰਦੇ ਮਹਾਰਾਜ ਮੇਰਾ ਮਨ ਕਰਦਾ ਹੈ ਮੈਂ ਚਿੱਤਰਕਾਰ ਬੁਲਾਵਾਂ ਤੇ ਉਸ ਚਿੱਤਰਕਾਰ ਤੋਂ ਆਪ ਜੀ ਦਾ ਸੋਹਣਾ ਸਰੂਪ, ਸੋਹਣਾ ਫੋਟੋ ਬਣਾਵਾਂ। ਮਹਾਰਾਜ ਕਹਿੰਦੇ ਆਪਣੀ ਭਾਵਨਾ ਪੂਰੀ ਕਰ ਲੈ। ਚਿੱਤਰਕਾਰ ਬੁਲਾਇਆ, ਸਾਧ ਸੰਗਤ ਚਿੱਤਰਕਾਰ ਸਤਿਗੁਰਾਂ ਦਾ ਸਰੂਪ ਬਣਾਉਣ ਲੱਗਾ, ਸਤਿਗੁਰਾਂ ਦਾ ਸਰੂਪ ਬਣਾਉਣ ਲੱਗਾ। ਕਹਿੰਦੇ ਜਦੋਂ ਸਰੂਪ ਬਣਾ ਰਿਹਾ, ਕਹਿੰਦੇ ਸਤਿਗੁਰੂ ਚੌਂਕੜਾ ਮਾਰੀ ਬੈਠੇ ਨੇ, ਸਤਿਗੁਰੂ ਚੌਂਕੜਾ ਮਾਰੀ ਬੈਠੇ ਨੇ, ਧੜ ਤਿਆਰ ਹੋ ਗਿਆ। ਤੇ ਹੁਣ ਸਾਧ ਸੰਗਤ ਸਤਿਗੁਰਾਂ ਦਾ ਚਿਹਰਾ ਨਹੀਂ ਬਣਾ ਰਿਹਾ, ਚਿਹਰਾ ਨਹੀਂ ਬਣਾ ਰਿਹਾ। ਸਤਿਗੁਰੂ ਕਹਿੰਦੇ ਭਾਈ ਚਿਹਰਾ ਕਿਉਂ ਨਹੀਂ ਬਣਾਉਂਦਾ? ਉਹ ਕਹਿਣ ਲੱਗਾ ਮਹਾਰਾਜ ਤੁਹਾਡੇ ਚਿਹਰੇ ਤੇ ਨੂਰ ਇੰਨਾ ਹੈ, ਤੁਹਾਡੇ ਚਿਹਰੇ ਤੇ ਜਲਾਲ ਇੰਨਾ ਹੈ, ਇਹ ਨੂਰੀ ਰੰਗ ਸੱਚੇ ਪਾਤਸ਼ਾਹ ਮੈਂ ਇਹਨਾਂ ਦੁਨਿਆਵੀ ਰੰਗਾਂ ਨਾਲ ਕਿਵੇਂ ਭਰਾਂ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਨੂਰੀ ਰੰਗ ਆ ਦੁਨਿਆਵੀ ਰੰਗਾਂ ਦੇ ਨਾਲ ਸੱਚੇ ਪਾਤਸ਼ਾਹ ਮੈਂ ਕਿਵੇਂ ਭਰਾਂ? ਤੁਹਾਡਾ ਚਿਹਰਾ ਬਣਾਉਣਾ ਮੇਰੇ ਵੱਸ ਦੀ ਗੱਲ ਨਹੀਂ ਹੈ, ਮੇਰੇ ਵੱਸ ਦੀ ਗੱਲ ਨਹੀਂ ਹੈ। ਸਤਿਗੁਰਾਂ ਨੇ ਕਹਿੰਦੇ ਉਹਦੇ ਹੱਥੋਂ ਕਲਮ ਫੜ ਲਈ ਤੇ ਆਪਣਾ ਚਿਹਰਾ ਸਤਿਗੁਰਾਂ ਨੇ ਆਪ ਤਿਆਰ ਕੀਤਾ, ਆਪ ਤਿਆਰ ਕੀਤਾ। ਕੀ ਵੇਖਦੇ ਨੇ ਜਦੋਂ ਸਰੂਪ ਸਾਰਾ ਤਿਆਰ ਹੋ ਗਿਆ, ਸਤਿਗੁਰੂ ਚੌਂਕੜਾ ਮਾਰ ਕੇ ਨੇਤਰ ਸਤਿਗੁਰਾਂ ਦੇ ਬੰਦ ਨੇ, ਉਸ ਸਰੂਪ ਦੇ ਦੀਦਾਰ ਦੇ ਰਹੇ ਨੇ। ਤੇ ਬਲਾਕੀ ਦਾਸ ਦੀ ਮਾਂ ਨੂੰ ਮਹਾਰਾਜ ਕਹਿੰਦੇ ਮਾਤਾ ਤੇਰੀ ਕੋਈ ਭਾਵਨਾ, ਤੇਰੀ ਕੋਈ ਇੱਛਾ? ਉਹ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਮੇਰੀ ਭਾਵਨਾ ਇਹੀ ਹੈ ਜਦੋਂ ਮੈਂ ਤੁਹਾਡੀ ਯਾਦ ਵਿੱਚ ਜੁੜਾਂ ਮੈਨੂੰ ਤੁਹਾਡੇ ਦੀਦਾਰ ਹੋਣੇ ਚਾਹੀਦੇ, ਤੁਹਾਡੇ ਦਰਸ਼ਨ ਹੋਣੇ ਚਾਹੀਦੇ ਆ। ਇਹ ਸਤਿਗੁਰੂ ਕਹਿਣ ਲੱਗੇ ਮਾਤਾ ਆ ਸਾਡਾ ਸਰੂਪ, ਸਾਡਾ ਫੋਟੋ ਭਾਵ ਆਪਣੇ ਸਾਹਮਣੇ ਰੱਖੀ, ਇਹਦੇ ਸਾਹਮਣੇ ਬੈਠ ਕੇ ਤੂੰ ਸਿਮਰਨ ਵਿੱਚ ਜੁੜੀ। ਜਦੋਂ ਸਿਮਰਨ ਕਰਕੇ ਨੇਤਰ ਖੋਲੇਂਗੀ ਨਾ ਉਦੋਂ ਸਾਨੂੰ ਆਪਣੇ ਸਾਹਮਣੇ ਪਾਵੇਂਗੀ। ਆ ਸਾਡਾ ਸਰੂਪ ਹੈ, ਸਮਝ ਲਈ ਅਸੀਂ ਤੈਨੂੰ ਦੀਦਾਰ ਦੇ ਰਹੇ ਆ, ਅਸੀਂ ਤੈਨੂੰ ਦੇਖ ਰਹੇ ਆ। ਤੇ ਉਹ ਬੀਬੀਆਂ ਵਾਲੀ ਗੱਲ ਕਹਿਣ ਲੱਗੀ ਮਹਾਰਾਜ ਇੱਥੇ ਤੇ ਤੁਹਾਡੇ ਨੇਤਰ ਬੰਦ ਨੇ, ਇੱਥੇ ਤੇ ਤੁਹਾਡੇ ਨੇਤਰ ਬੰਦ ਨੇ, ਮੈਨੂੰ ਕਿਵੇਂ ਪਤਾ ਲੱਗੂ ਵੀ ਤੁਸੀਂ ਮੈਨੂੰ ਵੇਖ ਰਹੇ ਹੋ? ਮੈਨੂੰ ਕਿਵੇਂ ਪਤਾ ਲੱਗੂ ਵੀ ਤੁਸੀਂ ਮੈਨੂੰ ਵੇਖ ਰਹੇ ਹੋ? ਫਿਰ ਮਹਾਰਾਜ ਨੇ ਉਹਦੀ ਭਾਵਨਾ ਪੂਰੀ ਕੀਤੀ। ਕਹਿੰਦੇ ਮਾਤਾ ਜਦੋਂ ਸਿਮਰਨ ਕਰਕੇ ਤੂੰ ਸਾਨੂੰ ਇਸ ਸਰੂਪ ਦੇ ਦੀਦਾਰ ਕਰਿਆ ਕਰੇਂਗੀ ਨਾ, ਤੱਕਿਆ ਕਰੇਂਗੀ, ਕਹਿੰਦੇ ਇਸ ਸਰੂਪ ਤੇ ਭਾਵੇਂ ਸਾਡੇ ਨੇਤਰ ਬੰਦ ਨੇ ਪਰ ਜਦੋਂ ਤੂੰ ਸਿਮਰਨ ਕਰਕੇ ਦੀਦਾਰ ਕਰਿਆ ਕਰੇਂਗੀ ਤੈਨੂੰ ਖੁੱਲੇ ਨੇਤਰਾਂ ਦੇ ਦੀਦਾਰ ਹੋਇਆ ਕਰਨਗੇ। ਆਖੋ ਸਤਿਨਾਮ। ਬੋਲੇ ਸੋਨਿਹਾ ਖੁੱਲੇ ਨੇਤਰਾਂ ਦੇ ਦੀਦਾਰ ਹੋਇਆ ਕਰਨਗੇ। ਸਤਿਗੁਰਾਂ ਨੇ ਭਾਗ ਲਾਏ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ, ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਅੱਜ ਸਾਧ ਸੰਗਤ ਜਿੱਥੇ ਬਲਾਕੀ ਦਾਸ ਦਾ ਘਰ ਹੈ ਨਾ, ਉਸ ਇਲਾਕੇ ਨੂੰ, ਉਸ ਜਗ੍ਹਾ ਨੂੰ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੰਗਤ ਦਾ ਖਿਤਾਬ ਸੰਗਤ ਟੋਲਾ ਉਸ ਜਗ੍ਹਾ ਦਾ ਨਾਂ ਰੱਖਿਆ ਗਿਆ। ਤੇ ਸਾਧ ਸੰਗਤ ਬੇਅੰਤ ਸੰਗਤਾਂ ਜਾਂਦੀਆਂ ਨੇ ਦੀਦਾਰ ਕਰਨ ਵਾਸਤੇ, ਮਨ ਚਿੰਦੇ ਫਲ ਪਾਉਂਦੀਆਂ ਨੇ, ਜਿਹੜਾ ਉੱਥੇ ਭਾਵਨਾ ਨਾਲ ਸ਼ਰਧਾ ਨਾਲ ਜਾ ਕੇ ਨਤਮਸਤਕ ਹੁੰਦਾ ਹੈ। ਸਾਧ ਸੰਗਤ ਜਿਨ੍ਹਾਂ ਨੇ ਪਿਆਰ ਭਾਵਨਾ ਸ਼ਰਧਾ ਗੁਰੂ ਸਾਹਿਬ ਤੇ ਬਣਾਈ ਹੈ,
ਉਹ ਸਦਾ ਵਾਸਤੇ ਅਮਰ ਹੋ ਗਏ। ਤੇ ਅੱਜ ਉਹੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਸਾਨੂੰ ਤਾਰ ਰਹੀ ਹੈ। ਸਾਧ ਸੰਗਤ ਜਿਹੜੇ ਭਾਵਨਾ ਸ਼ਰਧਾ ਬਾਣੀ ਤੇ ਰੱਖਣਗੇ, ਬਾਣੀ ਨਾਲ ਜੁੜਨਗੇ, ਅੱਜ ਵੀ ਸੱਚੇ ਪਾਤਸ਼ਾਹ ਜੀ ਉਹਨਾਂ ਵਾਸਤੇ ਹਾਜ਼ਰ ਨਾਜ਼ਰ ਨੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਸਤਾਰੇ। ਬਾਣੀ ਤੇ ਭਾਵਨਾ ਬਣਾਓ। ਭਾਵਨਾ ਬਣਾਉਣ ਵਾਸਤੇ ਇਹ ਸਮਾਗਮ ਮਨਾਏ ਜਾਂਦੇ ਨੇ। ਸਾਲਾਨਾ ਗੁਰੂ ਮਾਨਿਓ ਗ੍ਰੰਥ ਸਮਾਗਮ, ਜੋ ਇਹ ਅਸਥਾਨ ਆਪ ਜੀ ਜਿੱਥੇ ਹਾਜ਼ਰੀਆਂ ਭਰ ਰਹੇ ਹੋ, ਇਹ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ, ਉਹਨਾਂ ਦੀ ਮਿਹਰ ਹੋਈ, ਉਹਨਾਂ ਦੀ ਕਿਰਪਾ ਹੋਈ। ਤੇ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਵਾਲੇ ਮਹਾਂਪੁਰਖਾਂ ਨੇ ਇੱਥੇ ਆ ਕਰਕੇ ਇਹ ਸਿੱਖੀ ਦਾ ਬੂਟਾ ਲਾਇਆ, ਸੇਵਾ ਸਿਮਰਨ ਦਾ ਕੇਂਦਰ ਖੋਲਿਆ। ਤੇ ਸਾਧ ਸੰਗਤ ਇੱਥੇ ਹੀ ਨਹੀਂ, ਆਪ ਜੀ ਜਾਣਦੇ ਹੋ ਬਾਬਾ ਜੀ ਤਕਰੀਬਨ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਹੀ ਸੰਗਤਾਂ ਨੂੰ ਇਸੇ ਤਰ੍ਹਾਂ, ਆਪ ਜੀ ਨੂੰ ਪਤਾ ਹੈ ਤਕਰੀਬਨ ਪਿਛਲੇ 1.5 ਸਾਲ ਤੋਂ ਲੈ ਕਰਕੇ ਆ MH1 ਸ਼ਰਧਾ ਚੈਨਲ ਤੇ ਸਤਿਗੁਰਾਂ ਦੇ ਕਿਰਪਾ, ਸਤਿਗੁਰਾਂ ਦੀ ਰਹਿਮਤ ਸਦਕਾ ਆਪ ਜੀ ਲਾਈਵ ਪ੍ਰੋਗਰਾਮ ਘਰਾਂ ਵਿੱਚ ਬੈਠ ਕੇ ਵੀ ਸਾਧ ਸੰਗਤ ਸਰਵਣ ਕਰਦੇ ਹੋ। ਨਾਮ ਦਾ ਹੋਕਾ, ਬਾਣੀ ਦਾ ਹੋਕਾ ਘਰ ਘਰ ਜਾ ਕੇ ਮਹਾਂਪੁਰਖ ਦੇ ਰਹੇ ਨੇ। ਔਰ ਇਸ ਸਥਾਨ ਦੀ ਤਰ੍ਹਾਂ ਬੇਅੰਤੀ ਸਥਾਨ ਮਹਾਂਪੁਰਖਾਂ ਨੇ ਸੇਵਾ ਕਰਵਾਈ ਹੈ, ਜਿੱਥੇ ਦਿਨ ਰਾਤ ਨਾਮ ਬਾਣੀ ਦੇ ਪ੍ਰਵਾਹ ਚੱਲਦੇ ਨੇ। ਸਾਧ ਸੰਗਤ ਇਹ ਮਹਾਂਪੁਰਖਾਂ ਦੀ ਡਿਊਟੀ ਧੁਰ-ਦਰਗਾਹ ਤੋਂ ਲੱਗੀ ਹੁੰਦੀ ਹੈ, ਸੰਸਾਰ ਦਾ ਭਲਾ ਕਰਨਾ, ਸੰਸਾਰ ਨੂੰ ਤਾਰਨ ਦੀ, ਟੁੱਟੇ ਹੋਏ ਜੀਵਾਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜਨ ਦੀ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਸਮਰੱਥਾ ਬਲ ਬਖਸ਼ਿਸ਼ ਕਰਨ, ਆਪਣਾ ਮਿਹਰਾਂ ਭਰਿਆ ਸਿਰ ਤੇ ਹੱਥ ਰੱਖ ਕੇ ਪੰਥ ਦੀ, ਸੰਗਤਾਂ ਦੀ, ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਹੀ ਲੈਂਦੇ ਰਹਿਣ। ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਜਥੇਦਾਰ ਸਾਹਿਬ ਜੀ, ਹੋਰ ਵੀ ਸਾਧ ਸੰਗਤ ਗੁਰੂ ਘਰੋਂ ਬਖਸ਼ੀਆਂ ਹੋਈਆਂ ਰੂਹਾਂ ਸੰਗਤਾਂ ਵਿੱਚ ਜੁੜ ਬੈਠੀਆਂ, ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਬੈਠ ਕਰਕੇ ਕੀਰਤਨ ਸਰਵਣ ਕੀਤਾ, ਦਾਸਰਿਆਂ ਨੂੰ ਮਨ ਬਖਸ਼ਿਸ਼ ਕੀਤਾ। ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਓ ਅਖੀਰ ਦੇ ਵਿੱਚ ਧਾਰਨਾ ਪੜ੍ਹ ਕੇ ਗਰੀਬ ਨਵਾਜ ਮਿਹਰ ਕਰਿਓ, ਕਿਰਪਾ ਕਰਿਓ। ਅੰਤਰਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਗਰੀਬ ਨਵਾਜ ਕਿਰਪਾ ਕਰਿਓ, ਮਿਹਰ ਕਰਿਓ। ਆਪਣੇ ਦਰ ਘਰ ਦੀ ਪ੍ਰੀਤੀ, ਬਾਣੀ ਔਰ ਬਾਣਾ ਔਰ ਮਹਾਂਪੁਰਖਾਂ ਦੀ ਸੰਗਤ ਬਖਸ਼ਦੇ ਰਹਿਣਾ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ। ਸੱਚਖੰਡ ਦੀ ਕਲਮ ਤੇਰੇ ਹੱਥ ਹੈ, ਤੂੰ ਸੋਹਣੇ ਸੋਹਣੇ ਲੇਖ ਲਿਖ ਦੇ।
दाता जी तू सोने सोने लेख लिख दे मेरे प्यारे तू सोने सोने लेख लिख दे दाता जी सोने सोने लेख लिख दे दाता जी सोने सोने लेख लिख दे दाता जी तू सोने सोने लेख लिख दे ताजी सोने सोने लेख लिख दे सचखंड दी कलम तेरे हाथ है कलम तेरे हाथ है तू सोने सोने लेख लिख दे सचखंड दी कलम तेरे हाथ है तू सोने सोने लेख लिख दे सचखंड दी कलम तेरे हाथ है सोने सोने लेख लिख दे सचखंड दी कलम तेरे हाथ है सोने सोने लेख लिख दे सचखंड दी कलम तेरे हाथ है सोने सोने लेख लिख दे सचखंड दी कलम तेरे हाथ है सोने सोने लेख लिख दे अंतर्जामी पुरख दाते की पूरे